ਹੈਲੋ ਦੋਸਤੋ, ਮੈਂ ਰਜੇਸ਼ ਗਗਨੇਜਾ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਸਮਾਰਟ ਸਟਾਰਟ ਅਕੈਡਮੀ ਦੇ YouTube ਚੈਨਲ P.05 ਤੇ। ਉਮੀਦ ਕਰਦਾ ਤੁਸੀਂ ਸਭ ਠੀਕ ਹੋਵੋਗੇ। ਤੁਹਾਨੂੰ ਪਤਾ ਹੈ ਕਿ ਜਿਵੇਂ ETT ਦੇ 994 ਪੋਸਟਾਂ ਦਾ ਇਸ਼ਤਿਹਾਰ ਜੋ ਜਾਰੀ ਹੋਇਆ, ਉਸ ਨਾਲ ਰਿਲੇਟਿਡ ਆਪਾਂ ਜੋ ਬੈਚ ਸ਼ੁਰੂ ਕੀਤਾ ਹੈ, ਉਸ ਦੇ ਮੈਥ ਦਾ ਜੋ ਆਪਾਂ ਇੱਕ ਚੈਪਟਰ ਕੰਪਲੀਟ ਕਰ ਲਿਆ ਹੈ, ਜਿਸ ਦਾ ਨਾਮ ਜਿਓਮੈਟਰੀ। ਅੱਜ ਦੂਸਰਾ ਚੈਪਟਰ ਸ਼ੁਰੂ ਕਰ ਰਹੇ ਹਾਂ, ਜਿਸ ਦਾ ਨਾਮ ਹੈ ਸਰਕਲ, ਮਤਲਬ ਚੱਕਰ। ਠੀਕ ਹੈ, ਉਸਦੇ ਆਪਾਂ ਅੱਜ ਸ਼ੁਰੂ ਕਰਦੇ ਹਾਂ, ਜਿਸ ਬਾਰੇ ਆਪਾਂ ਸਭ ਉਹਦਾ ਬੇਸਿਕ ਪੜ੍ਹਾਂਗੇ। ਸਰਕਲ ਨਾਲ ਰਿਲੇਟਿਡ ਜੋ ਵੀ ਰਿਜ਼ਲਟ ਹੈ ਉਹ ਅੱਜ ਆਪਾਂ ਇੱਥੇ ਡਿਸਕਸ ਕਰਾਂਗੇ। ਸੋ ਦੋਸਤੋ, ਜ਼ਿਆਦਾ ਸਮਾਂ ਨਾ ਲੈਂਦੇ ਆਪਾਂ ਸ਼ੁਰੂ ਕਰਦੇ ਹਾਂ। ਠੀਕ ਹੈ, ਜਿਵੇਂ ਤੁਹਾਨੂੰ ਪਤਾ ਹੈ ਸਰਕਲ ਕੀ ਹੁੰਦਾ ਹੈ। ਠੀਕ ਹੈ, ਸਰਕਲ ਆ ਦੇਖੋ, ਇੱਕ ਗੋਲ ਏਰੀਆ। ਠੀਕ ਹੈ, ਦੇਖੋ ਜੇਕਰ ਇੱਕ ਗੋਲ ਵਸਤੂ ਹੈ, ਕੋਈ ਵੀ ਹੈ। ਠੀਕ ਹੈ, ਜਿਵੇਂ ਫੋਰ ਐਗਜ਼ਾਮਪਲ ਦੇ ਤੌਰ 'ਤੇ ਲਾ ਲਓ, ਜੋ ਆਪਾਂ ਹੱਥ ਦੇ ਵਿੱਚ ਕੜਾ ਪਹਿਨਦੇ ਹਾਂ। ਠੀਕ ਹੈ, ਉਹ ਇੱਕ ਚੱਕਰ ਦੀ ਸਰਕਲ ਦੀ ਆਪਣੇ ਕੋਲ ਉਦਾਹਰਨ ਹੈ। ਠੀਕ ਹੈ, ਜੇ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿਸੇ ਸਮਤਲ ਉੱਤੇ ਕਿਸੇ ਨਿਸ਼ਚਿਤ ਬਿੰਦੂ ਤੋਂ ਮੰਨ ਲਓ ਆ ਦੇਖੋ ਇੱਕ ਨਿਸ਼ਚਿਤ ਬਿੰਦੂ ਤੋਂ, ਠੀਕ ਹੈ, ਕੋਈ ਵੀ ਆ ਦੇਖੋ ਸਮਤਲ ਚੀਜ਼ ਹੈ ਨਾ, ਠੀਕ ਹੈ, ਫਲੈਟ ਜੋ ਪਈ ਹੈ। ਠੀਕ ਹੈ, ਇਸ ਉੱਪਰ ਇੱਕ ਨਿਸ਼ਚਿਤ ਬਿੰਦੂ ਤੋਂ ਸਮਾਨ ਦੂਰੀ ਤੇ, ਠੀਕ ਹੈ, ਦੇਖੋ ਇਸ ਬਿੰਦੂ ਤੋਂ ਨਿਸ਼ਚਿਤ ਜੋ ਬਿੰਦੂ, ਇਸ ਤੋਂ ਸਮਾਨ ਦੂਰੀ ਤੇ ਸਾਰੇ ਪਾਸੇ, ਠੀਕ ਹੈ, ਇਸ ਦੇ ਚਾਰੇ ਪਾਸੇ ਸਮਾਨ ਦੂਰੀ ਤੇ ਬਣੇ ਬਿੰਦੂਆਂ ਦੇ ਇਕੱਠ ਨੂੰ ਚੱਕਰ ਕਹਿੰਦੇ ਆ। ਦੇਖੋ ਹੁਣ ਮੈਂ ਤੁਹਾਨੂੰ ਆਹ ਦੇਖੋ ਇੱਕ ਬਿੰਦੂ ਹੈ, ਇਸ ਤੋਂ ਇੱਕ ਸਮਾਨ ਦੂਰੀ ਤੇ ਆਪਾਂ ਜੇਕਰ ਕੋਈ ਡੋਟਸ ਲਗਾ ਦਿੰਦੇ ਹਾਂ, ਠੀਕ ਹੈ, ਇਸ ਤਰ੍ਹਾਂ ਇਹਨਾਂ ਦੇ ਇਕੱਠ ਨੂੰ ਕੀ ਕਹਿੰਦੇ ਆ। ਜੇ ਇਹਨੂੰ ਆਪਾਂ ਉੱਪਰ ਇਹਨੂੰ ਡਰੋ ਕਰੀਏ ਤੇ ਇਹਨਾਂ ਦੇ ਇਕੱਠ ਨੂੰ ਕੀ ਕਹਿੰਦੇ ਆ, ਸਰਕਲ ਕਹਿੰਦੇ ਆ। ਠੀਕ ਹੈ, ਲੱਗ ਗਈ ਸਮਝ, ਸਰਕਲ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਠੀਕ ਹੈ, ਸਰਕਲ ਉਹ ਕਿ ਇੱਕ ਨਿਸ਼ਚਿਤ ਬਿੰਦੂ ਤੋਂ ਸਮਾਨ ਦੂਰੀ ਤੇ ਕੁਝ ਬਿੰਦੂਆਂ ਦੇ ਇਕੱਠ ਨੂੰ ਕੀ ਕਹਿੰਦੇ ਹਨ, ਸਰਕਲ ਕਹਿੰਦੇ ਆ। ਠੀਕ ਹੈ, ਹੁਣ ਦੇਖੋ ਸਰਕਲ ਬਾਰੇ ਅੱਗੇ, ਜੋ ਸਰਕਲ ਦੇ ਆਹ ਪੁਆਇੰਟ ਹੁੰਦਾ ਸੈਂਟਰ ਦੇ ਵਿੱਚ, ਆਹ ਤਾਂ ਹੋ ਗਿਆ ਨਾ ਚੱਕਰ। ਠੀਕ ਹੈ, ਇਹਨੇ ਦੂਸਰੇ ਪੁਆਇੰਟ ਦੀ ਗੱਲ ਕਰਦੇ ਹਾਂ। ਆਹ ਦੇਖੋ ਜੋ ਸੈਂਟਰ ਦੇ ਵਿੱਚ ਬਣਿਆ ਹੁੰਦਾ ਹੈ। ਠੀਕ ਹੈ, ਇਹ ਕੀ ਹੁੰਦਾ, ਇਹਨੂੰ ਮੰਨ ਲਓ ਨਾਮ ਦਿੱਤਾ O। ਠੀਕ ਹੈ, ਉਹ ਕੀ ਹੈ, ਚੱਕਰ ਦਾ, ਦੇਖੋ ਉਹ ਕੀ ਹੈ, ਚੱਕਰ ਦਾ ਕੇਂਦਰ ਬਿੰਦੂ ਕੀ ਹੈ, ਜਿਹਨੂੰ ਸੈਂਟਰ ਆਫ ਸਰਕਲ ਕਹਿੰਦੇ ਹਨ, ਸੈਂਟਰ ਆਫ ਸਰਕਲ। ਠੀਕ ਹੈ, ਪਹਿਲੀ ਗੱਲ ਸਮਝ ਲੱਗ ਗਈ। ਅੱਗੇ ਦੇਖੋ, ਜੇਕਰ ਇੱਥੋਂ ਆਪਾਂ ਇੱਕ ਲਾਈਨ ਮਾਰ ਦਿੰਦੇ ਹਾਂ, ਠੀਕ ਹੈ, ਇੱਕ ਲਾਈਨ ਮਾਰਤੀ, ਇਹ ਕੀ ਹੁੰਦਾ ਹੈ, ਰੇਡੀਅਸ ਆਫ ਸਰਕਲ। ਜੋ ਹਾਫ ਲਾਈਨ ਹੁੰਦੀ ਹੈ, ਜੇ ਕੇਂਦਰ ਬਿੰਦੂ ਤੋਂ ਚੱਕਰ ਨਾਲ ਜੋ ਜਾ ਕੇ ਕਿਸੇ ਵੀ ਪੁਆਇੰਟ ਨਾਲ ਟੱਚ ਕਰਦੀ ਹੈ, ਉਹ ਕੀ ਹੁੰਦਾ ਹੈ, ਚੱਕਰ ਦਾ ਅਰਧ ਵਿਆਸ। ਠੀਕ ਹੈ, ਦੂਜਾ ਪੁਆਇੰਟ ਕਰੀਏ, ਜੋ R ਹੈ, R ਕੀ ਹੈ, ਚੱਕਰ ਦਾ ਅਰਧ ਵਿਆਸ। ਠੀਕ ਹੈ, ਕੀ ਹੈ, ਰੇਡੀਅਸ ਆਫ ਸਰਕਲ। ਠੀਕ ਹੈ, ਦੋ ਪੁਆਇੰਟ ਕਲੀਅਰ ਹੋ ਗਏ। ਆ ਕੀ ਹੈ, ਰੇਡੀਅਸ, ਇਹ ਕੀ ਹੈ, ਸੈਂਟਰ ਆਫ ਸਰਕਲ। ਠੀਕ ਹੈ, ਹੁਣ ਦੇਖੋ ਆ ਜੋ ਬਾਹਰਲੀ ਸਾਈਡ ਹੈਗੀ ਸਾਰੀ ਚੱਕਰ ਦੀ, ਆ ਬਾਹਰਲੀ, ਠੀਕ ਹੈ, ਇਹ ਕੀ ਹੁੰਦਾ, ਸਰਕਮਫਰੈਂਸ ਆਫ ਸਰਕਲ। ਠੀਕ ਹੈ, ਆ ਸਾਰਾ ਕੀ ਹੈ, ਆ ਜਿਹੜੀ ਜੀ ਇਹਦੀ ਜੇ ਆਪਾਂ ਗੱਲ ਕਰੀਏ ਸਾਰੇ ਪੁਆਇੰਟ ਦੀ, ਇਹ ਕੀ ਹੈ, ਇਹਨੂੰ ਆਪਾਂ ਕੀ ਕਹਾਂਗੇ, ਸਰਕਮਫਰੈਂਸ ਆਫ ਸਰਕਲ। ਠੀਕ ਹੈ, ਚੱਕਰ ਦਾ ਮਾਪ। ਲੱਗ ਗਈ ਸਮਝ। ਜੇਕਰ ਆਪਾਂ ਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਲੈਣ ਕਿ ਲੈਂਥ ਆਫ ਸਰਕਲ, ਕੀ ਪੁੱਛ ਲੈਣ ਆਪਣੇ ਕੋਲ, ਕੁਐਸਚਨ ਪੁੱਛ ਲੈਣ, ਮੰਨ ਲਓ ਲੈਂਥ ਆਫ ਸਰਕਲ, ਤੇ ਆਪਣਾ ਆਨਸਰ ਕੀ ਹੋਏਗਾ, ਸਰਕਮਫਰੈਂਸ ਆਫ ਸਰਕਲ। ਮੰਨ ਲਓ ਚੱਕਰ ਦੇ ਮਾਪ ਨੂੰ ਹੀ ਚੱਕਰ ਦੀ ਕੀ ਕਹਿੰਦੇ ਹਨ, ਲੈਂਥ ਕਹਿੰਦੇ ਹਨ। ਠੀਕ ਹੈ, ਚੱਕਰ ਦੇ ਮਾਪ ਨੂੰ ਕੀ ਕਹਿੰਦੇ ਹਨ, ਚੱਕਰ ਦੀ ਲੈਂਥ ਕਹਿੰਦੇ ਹਨ। ਠੀਕ ਹੈ, ਇੰਨੇ ਪੁਆਇੰਟ ਕਲੀਅਰ ਹੋ ਗਏ। ਠੀਕ ਹੈ, ਆਪਾਂ ਅੱਗੇ ਚੱਲਦੇ ਹਾਂ। ਆਪਣਾ ਨੈਕਸਟ ਪੁਆਇੰਟ ਆਪਣੇ ਕੋਲ ਰੇਡੀਅਸ ਵੀ ਹੋ ਗਿਆ। ਚਲੋ ਇੱਕ ਪੁਆਇੰਟ ਹੋਰ ਕਲੀਅਰ ਕਰਦੇ ਹਾਂ। ਮੰਨ ਲਓ ਆ ਚੱਕਰ ਹੈਗਾ ਆਪਣੇ ਕੋਲ, ਠੀਕ ਹੈ, ਇੱਕ ਸਰਕਲ ਦਿੱਤਾ ਹੈ, ਇੰਨਾ ਤਾਂ ਆਪਣੇ ਕੋਲ ਰੇਡੀਅਸ ਹੋ ਗਿਆ। ਠੀਕ ਹੈ, ਜੇਕਰ ਆਪਾਂ ਇਹਨੂੰ ਪੂਰੀ ਕਰ ਦਾਂਗੇ ਲਾਈਨ ਨੂੰ, ਠੀਕ ਹੈ, ਤੇ ਇਹ ਆਪਣੇ ਕੋਲ ਕੀ ਬਣ ਗਿਆ, ਇਹਦਾ ਡਾਇਆਮੀਟਰ। ਠੀਕ ਹੈ, ਜੋ ਲਾਈਨ ਇੱਕ ਸਰਕਲ ਦੇ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਨੂੰ ਟੱਚ ਕਰਦੀ ਹੈ, ਇੱਕ ਪੁਆਇੰਟ ਤੋਂ, ਮੰਨ ਲਓ ਇੱਥੇ ਇਹ ਪੁਆਇੰਟ A ਹੈ ਤੇ ਆ B ਹੈ, ਤੇ AB ਕੀ ਹੈਗਾ, ਡਾਇਆਮੀਟਰ ਆਫ ਸਰਕਲ। ਠੀਕ ਹੈ, ਤੁਸੀਂ ਧਿਆਨ ਨਾਲ ਸਾਰੀ ਚੀਜ਼ਾਂ ਨੋਟ ਕਰੀ ਜਾਣਾ ਜਿਵੇਂ ਮੈਂ ਬੋਲ ਰਿਹਾ। A ਤੋਂ B ਤੱਕ ਕੀ ਹੈ, ਡਾਇਆਮੀਟਰ ਆਫ ਸਰਕਲ, ਜਿਹਨੂੰ ਆਪਾਂ D ਨਾਲ ਲਿਖਦੇ ਹਾਂ। ਠੀਕ ਹੈ, ਮੰਨ ਲਓ ਚੱਕਰ ਦਾ ਵਿਆਸ। ਠੀਕ ਹੈ, ਇਹਦੇ ਕੁਝ ਰਿਜ਼ਲਟ ਹੈਗੇ, ਮੈਂ ਤੁਹਾਨੂੰ
ਬਾਅਦ 'ਚ ਵਨ ਚੈਪਟਰ ਦੇ ਐਂਡ ਤੇ ਜਦੋਂ ਕੰਪਲੀਟ ਕਰਾਂਗੇ ਵਨ ਲਾਈਨਰ ਦੇ ਵਿੱਚ ਲਿਖਾਵਾਂਗੇ ਜੋ ਪੇਪਰ ਦੇ ਵਿੱਚ ਐਗਜ਼ੈਕਟ ਪੁੱਛ ਲਏ ਜਾਂਦੇ। ਇੱਕ ਤੁਸੀਂ ਇਹਦੇ ਬੇਸ ਬਾਰੇ ਚੰਗੀ ਤਰ੍ਹਾਂ ਪੜ੍ਹ ਲਓ ਕਿ ਚੱਕਰ ਦੇ ਵਿੱਚ ਜੋ ਇਹਦੇ ਚੱਕਰ ਦੇ ਰਿਜ਼ਲਟ ਹੈ ਉਹ ਕਿਹੜੇ ਕਿਹੜੇ ਆ। ਠੀਕ ਹੈ, ਹੁਣ ਆਪਾਂ ਚੱਕਰ ਦੇ ਕੇਂਦਰ ਬਿੰਦੂ ਬਾਰੇ ਪੜ੍ਹ ਲਿਆ। ਠੀਕ ਹੈ, ਇਹਦੇ ਅਰਧ ਵਿਆਸ ਬਾਰੇ ਔਰ ਇਹਦੇ ਮਾਪ ਬਾਰੇ ਪੜ੍ਹ ਲਿਆ। ਠੀਕ ਹੈ, ਅੱਗੇ ਆਪਾਂ ਚੱਲਦੇ ਹਾਂ ਚੱਕਰ ਅਗਲਾ ਪਾਰਟ ਕਰਾਂਗੇ। ਠੀਕ ਹੈ, ਹੁਣ ਦੇਖੋ ਹੁਣ ਆਪਾਂ ਪੜਾਂਗੇ ਆਰਕ। ਠੀਕ ਹੈ, ਕਿੰਨੇ ਬਾਰੇ ਪੜਾਂਗੇ? ਆਰਕ ਬਾਰੇ। ਠੀਕ ਹੈ, ਆਰਕ ਨੂੰ ਪੰਜਾਬੀ 'ਚ ਕੀ ਕਹਿੰਦੇ ਆ? ਠੀਕ ਹੈ, ਹੁਣ ਆਪਾਂ ਕੀ ਪੜਾਂਗੇ? ਆਰਕ ਬਾਰੇ। ਆਰਕ ਨੂੰ ਪੰਜਾਬੀ 'ਚ ਕਹਿੰਦੇ ਆ ਚਾਪ। ਠੀਕ ਹੈ, ਹੁਣ ਜਿਹੜਾ ਚੱਕਰ ਹੈ, ਚੱਕਰ ਦੀ ਆਰਕ ਕਿਹੜੀ ਹੁੰਦੀ ਹੈ? ਸਰਕਲ ਦੀ ਆਰਕ ਆਪਾਂ ਉਹਦੇ ਬਾਰੇ ਪੜਾਂਗੇ। ਠੀਕ ਹੈ, ਆਹ ਦੇਖੋ ਹੁਣ ਆਪਣੇ ਕੋਲ ਆ ਸਰਕਲ ਹੈ। ਠੀਕ ਹੈ, ਇਹ ਕੀ ਹੈ? ਸਰਕਲ ਹੈ। ਠੀਕ ਹੈ, ਇੱਕ ਪੂਰਾ ਸਰਕਲ ਹੈ, ਇਹਦੇ ਵਿੱਚ ਦਾ ਸੈਂਟਰ ਹੁੰਦਾ। ਆਪਾਂ ਇੱਕ ਇੰਨਾ ਪਾਰਟ ਲੈਂਦੇ ਹਾਂ ਚੱਕਰ ਦਾ, ਇੰਨਾ ਆ ਧਿਆਨ ਨਾਲ ਵੇਖ ਲਓ, ਚੱਕਰ ਦਾ ਇੰਨਾ ਪਾਰਟ ਲੈਂਦੇ ਹਾਂ ਮਤਲਬ A to B ਤੱਕ। ਠੀਕ ਹੈ, ਆਪਣੇ ਕੋਈ ਚੱਕਰ ਦੇ ਜੋ ਆਰਕ ਹੈ ਨਾ, ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਦੋ ਪ੍ਰਕਾਰ ਦੀ ਹੁੰਦੀ ਆਰਕ। ਮੰਨ ਲਓ ਜਿਹੜੀ ਚਾਪ ਹੈ ਕਿੰਨੇ ਪ੍ਰਕਾਰ ਦੀ? ਦੋ ਪ੍ਰਕਾਰ ਦੀ ਕੀ ਹੁੰਦੀ ਹੈ? ਚਾਪ ਹੁੰਦੀ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਆਰਕ ਕਹਿੰਦੇ ਹਾਂ। ਠੀਕ ਹੈ, ਦੋ ਪ੍ਰਕਾਰ ਦੀ ਹੁੰਦੀ ਹੈ। ਦੇਖੋ ਆ ਜੋ ਆਰਕ ਹੈ A to B, ਠੀਕ ਹੈ, ਇਹ ਹੁੰਦੀ ਮਾਈਨਰ ਆਰਕ। ਠੀਕ ਹੈ, ਜੋ ਆਪ ਬਾਕੀ ਜੋ ਬਚ ਗਈ ਆ ਸਾਰੀ ਚੱਕਰ ਦੀ ਇਹ ਵਾਲੀ, ਇਹ ਹੁੰਦੀ ਹੈ ਮੇਜਰ ਆਰਕ। ਠੀਕ ਹੈ, ਦੋ ਪ੍ਰਕਾਰ ਦੀ ਹੋਗੀ। ਕਿਹੜੀ ਕਿਹੜੀ? ਮਾਈਨਰ ਆਰਕ ਤੇ ਦੂਸਰੀ ਕਿਹੜੀ ਹੈ? ਮੇਜਰ ਆਰਕ। ਠੀਕ ਹੈ, ਛੋਟੀ ਚਾਪ ਤੇ ਵੱਡੀ ਚਾਪ। ਠੀਕ ਹੈ, ਦੋ ਤਰ੍ਹਾਂ ਦੀ ਹੁੰਦੀ ਆਰਕ। ਠੀਕ ਹੈ, ਛੋਟੀ ਆਰਕ ਤੇ ਵੱਡੀ ਆਰਕ। ਠੀਕ ਹੈ, ਲੱਗ ਗਈ ਸਮਝ? ਜੋ ਚੱਕਰ ਦਾ ਛੋਟਾ ਹਿੱਸਾ ਹੈ ਉਹਨੂੰ ਮਾਈਨਰ ਆਰਕ ਕਹਿੰਦੇ, ਜੋ ਚੱਕਰ ਦਾ ਵੱਡਾ ਹਿੱਸਾ ਹੈ ਉਹਨੂੰ ਕੀ ਕਹਿੰਦੇ ਹਨ? ਮੇਜਰ ਆਰਕ। ਜੋ ਇੰਨੇ ਰਿਜ਼ਲਟ ਮੈਂ ਤੁਹਾਨੂੰ ਕਰਵਾਏ ਇਹ ਤੁਸੀਂ ਆਦੀ ਕਾਪੀ 'ਤੇ ਜ਼ਰੂਰ ਨੋਟ ਕਰਨੇ ਆ। ਠੀਕ ਹੈ, ਬੇਸਿਕ ਗੱਲਾਂ ਹੈਗੀਆਂ। ਅੱਗੇ ਦੇਖੋ, ਅੱਗੇ ਆਪਾਂ ਚੱਲਦੇ ਹਾਂ। ਹੁਣ ਦੇਖੋ ਇੱਕ ਸਰਕਲ ਆਪਾਂ ਲੈਂਦੇ ਹਾਂ। ਠੀਕ ਹੈ, ਆ ਦੇਖੋ ਇੱਕ ਸਰਕਲ ਲੈ ਲਿਆ। ਤੀਸਰਾ ਆਪਾਂ ਰਿਜ਼ਲਟ ਦੀ ਗੱਲ ਕਰਦੇ ਹਾਂ, ਤੀਸਰੇ ਰਿਜ਼ਲਟ ਦੀ। ਠੀਕ ਹੈ, ਇੱਕ ਸਰਕਲ ਹੈ, ਸਰਕਲ ਦਾ ਕੇਂਦਰ ਬਿੰਦੂ ਹੋ ਗਿਆ। ਠੀਕ ਹੈ, ਹੁਣ ਦੇਖੋ ਚੱਕਰ ਦੀ ਆਪਾਂ ਗੱਲ ਕਰਦੇ ਹਾਂ, ਜੋ ਅਗਲਾ ਪੁਆਇੰਟ ਹੈ ਤੀਸਰਾ, ਆਪਾਂ ਗੱਲ ਕਰਦੇ ਹਾਂ ਚੱਕਰ ਦੇ ਕੋਣ ਦੀ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਜੀਵਾ। ਠੀਕ ਹੈ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਜੀਵਾ ਕਹਿੰਦੇ ਹਾਂ। ਠੀਕ ਹੈ, ਹੁਣ ਚੱਕਰ ਦੇ ਆ ਦੇਖੋ ਇੱਕ ਆ ਲਾਈਨ, ਇਹ ਲਾਈਨ, ਇਹ ਲਾਈਨ, ਇਹ ਸਾਰੀਆਂ ਕੀ ਹੈ? ਇਹ ਸਾਰੀਆਂ ਚੱਕਰ ਦੀਆਂ ਜੀਵਾ ਹਨ। ਠੀਕ ਹੈ, ਆ ਵੀ ਇਹ ਸਾਰੀਆਂ ਕੀ ਹੈ? ਚੱਕਰ ਦੀਆਂ ਜੀਵਾ। ਠੀਕ ਹੈ, ਜਿਹਨੂੰ ਕੀ ਕਹਿੰਦੇ ਹਨ? ਕੋਰਸ। ਜੋ ਚੱਕਰ ਦੇ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ 'ਤੇ ਜਾ ਕੇ ਟੱਚ ਕਰਦੀ ਹੈ ਉਹ ਚੱਕਰ ਦੀ ਕੀ ਹੁੰਦੀ ਹੈ? ਜੀਵਾ ਹੁੰਦੀ ਹੈ। ਠੀਕ ਹੈ, ਅਤੇ ਜਿਹਨੂੰ ਇੰਗਲਿਸ਼ 'ਚ ਕੀ ਕਹਿੰਦੇ ਹਨ? ਕੋਡ ਕਹਿੰਦੇ ਹਨ। ਠੀਕ ਹੈ, ਜਿਹਦੀ ਡੈਫੀਨੇਸ਼ਨ ਲਿਖਣੀ ਤੁਸੀਂ ਲਿਖ ਸਕਦੇ ਹੋ ਕਿ ਜੋ ਸਰਕਲ ਦੇ ਦੋ ਪੁਆਇੰਟ ਨੂੰ ਆਪਸ ਵਿੱਚ ਜੋੜ ਦਿੰਦੀ ਹੈ ਉਸ ਨੂੰ ਕੀ ਕਹਿੰਦੇ ਹਨ? ਜੋ ਚੱਕਰ ਦੇ ਦੋ ਪੁਆਇੰਟਸ ਨੂੰ ਆਪਸ ਵਿੱਚ ਜੋੜ ਦਿੰਦੀ ਹੈ ਉਸ ਨੂੰ ਕੋਡ ਕਹਿੰਦੇ ਹਨ। ਠੀਕ ਹੈ, ਕੋਡ ਮਤਲਬ ਜੀਵਾ ਕਹਿੰਦੇ ਹਨ। ਠੀਕ ਹੈ, ਇਹਦਾ ਅੱਗੇ ਪੁਆਇੰਟ ਨੋਟ ਕਰੋ। ਠੀਕ ਹੈ, ਆਹ ਦੇਖੋ ਨਾ, ਆਹ ਪੁਆਇੰਟ ਹੈ, ਇਹ ਜਿਹੜੀ ਕਿ ਸੈਂਟਰ ਦੇ ਵਿੱਚੋਂ ਲੰਘੇਗੀ ਜੀਵਾ। ਠੀਕ ਹੈ, ਜਿਹੜੀ ਵੀ ਕੋਡ ਚੱਕਰ ਦੇ ਸੈਂਟਰ ਵਿੱਚੋਂ ਲੰਘੇਗੀ, ਠੀਕ ਹੈ, ਉਹ ਚੱਕਰ ਦਾ ਕੀ ਹੋਏਗੀ? ਵਿਆਸ। ਠੀਕ ਹੈ, ਮੰਨ ਲਓ ਚੱਕਰ ਦੀ ਸਭ ਤੋਂ ਵੱਡੀ ਕੋਡ ਨੂੰ ਕੀ ਕਹਿੰਦੇ ਹਨ? ਆਪਾਂ ਨੂੰ ਕੁਐਸਚਨ ਪੁੱਛਣਗੇ ਵੀ ਚੱਕਰ ਦੀ ਸਭ ਤੋਂ ਵੱਡੀ ਜੀਵਾ ਮਤਲਬ ਕੋਡ ਨੂੰ ਵਿਆਸ ਡਾਇਆਮੀਟਰ ਕਹਿੰਦੇ ਆ। ਠੀਕ ਹੈ, ਇਹ ਪੁਆਇੰਟ ਵੀ ਤੁਸੀਂ ਨੋਟ ਕਰਨਾ ਕਿ ਜਿਹੜਾ ਚੱਕਰ ਦੀ ਸਭ ਤੋਂ ਵੱਡੀ ਜੀਵਾ ਹੈ ਜੋ ਕਿ ਸੈਂਟਰ ਦੇ ਵਿੱਚੋਂ ਲੰਘਦੀ ਹੈ। ਠੀਕ ਹੈ, ਚੱਕਰ ਦੇ ਸੈਂਟਰ ਦੇ ਵਿੱਚੋਂ ਲੰਘਦੀ ਹੈ ਅਤੇ ਚੱਕਰ ਦੇ ਦੋ ਪੁਆਇੰਟਾਂ ਨੂੰ ਆਪਸ ਵਿੱਚ ਜੋੜਦੀ ਹੈ, ਉਸ ਨੂੰ ਕੀ ਕਹਿੰਦੇ ਹਨ? ਚੱਕਰ ਦਾ ਵਿਆਸ ਕਹਿੰਦੇ ਹਨ। ਠੀਕ ਹੈ, ਅਤੇ ਮੰਨ ਲਓ ਕੁਐਸਚਨ ਆਪਣੇ ਕੋਲ ਇਹ ਪੁੱਛਣਗੇ ਕਿ ਚੱਕਰ ਦੀ ਸਭ ਤੋਂ ਵੱਡੀ ਜੀਵਾ ਨੂੰ ਕੀ ਕਹਿੰਦੇ ਹਨ? ਉਹਨੂੰ ਚੱਕਰ ਦਾ ਵਿਆਸ ਕਹਿੰਦੇ ਹਨ। ਠੀਕ ਹੈ, ਜਾਂ ਫਿਰ ਆਪਾਂ ਨੂੰ ਐਵੇਂ ਇੱਦਾਂ ਵੀ ਲਿਖ ਸਕਦੇ ਹਾਂ ਇਸ ਤਰ੍ਹਾਂ ਕਿ ਚੱਕਰ ਦੀ ਸਭ ਤੋਂ ਵੱਡੀ ਜਿਹੜੀ ਜੀਵਾ ਹੈ, ਠੀਕ ਹੈ, ਉਹ ਦੋ ਗੁਣਾ ਹੁੰਦੀ ਕਿੰਦੀ? ਰੇਡੀਅਸ ਦੀ। ਠੀਕ ਹੈ, ਕਹਿੰਦੇ ਲੌਂਗੈਸਟ ਕੋਡ ਆਫ ਏ ਸਰਕਲ ਇਜ਼ 2 ਟਾਈਮ ਆਫ ਅ ਰੇਡੀਅਸ। ਠੀਕ ਹੈ, ਕੀ ਆਪਾਂ ਲਿਖ ਸਕਦੇ ਹਾਂ ਕਿ ਲੌਂਗੈਸਟ ਕੋਡ ਆਫ ਏ ਸਰਕਲ ਇਜ਼ 2 ਟਾਈਮ ਆਫ ਰੇਡੀਅਸ। ਮੰਨ ਲਓ ਰੇਡੀਅਸ ਦੇ ਦੋ ਗੁਣਾ ਦੇ ਬਰਾਬਰ। ਦੇਖੋ ਆਪਾਂ ਇਹ ਲਿਖਦੇ ਨਾ, ਜਿਵੇਂ ਡਾਇਆਮੀਟਰ ਨੂੰ ਬਰਾਬਰ 2r ਲਿਖ ਸਕਦੇ ਹਾਂ ਨਾ,
तो आर बराबर होंगे D/2। मान लो डायमीटर का हाफ आर होंगे ਜਾਂ D बराबर 2R। ठीक है, तो ही गल है ना, इतने आप डायमीटर की थां 2R भी पा सकते हैं। ओके, अगे आप गल करते हैं, तो अगे वाला पॉइंट भी बहुत मेन है, समझने वाला है। ठीक है, अगे वाला पॉइंट देखो की पॉइंट है, सैक्टर। ਆਪਾਂ पढ़ांगे किंदे बारे, सैक्टर, जिन्होंने पंजाबी च कहते हैं ਚੱਕਰ खंड। की कहते हैं ना, ਚੱਕਰ खंड। ठीक है, हुण आप पढ़ते हैं सैक्टर बारे, जिन्होंने पंजाबी च कहते हैं ਚੱਕਰ खंड। ठीक है, हुण देखो एक सर्कल है। ठीक है, हुण सर्कल दे सेंटर तो, ठीक है, ਚੱਕਰ दे सेंटर तो आ देखो, आ ਚੱਕਰ ਦੇ सेंटर तो एक आप दो लाइनस खिंचते हैं। ठीक है, जो कि ਚੱਕਰ ਦੇ ਨਾਲ टच कर रही हैं। ठीक है, मान लो ओ है, आ ए है, तो बी ते की कर रही हैं, टच कर रही हैं। ठीक है, हुण देखो ਚੱਕਰ ਦਾ जो आ पार्ट है ए तो बी तक अंदर वाला, ठीक है, इनू कहते हैं माइनर सैक्टर। ठीक है, माइनर सैक्टर, मान लो छोटा ਚੱਕਰ खंड। ठीक है, तो जो आ एरिया बाकी बच गया है, ठीक है, ये की होंदा है मेजर सैक्टर। ठीक है, इस तरह भी ਚੱਕਰ के दो सैक्टर होंगे है, एक माइनर तो एक मेजर। जो इस टाइप का बनेगा आ जिहड़ा, ठीक है, ये बनेगा माइनर सैक्टर, तो जो आ बाहर वाला जो पार्ट्स इनका बच के की है मेजर सैक्टर। ठीक है, लग गई समझ। इस तरह दो तरह के ही सैक्टर होंगे है। ठीक है, तो दो तरह की ही आर्क होंगी है, माइनर तो मेजर आर्क, तो माइनर तो मेजर सैक्टर। ठीक है, लग गई समझ। अगे चलते हैं आप, अगे देखो, हुण देखो तुहानूं एक फिगर नज़र आ रही है। ठीक है, देखो देख रही ना फिगर, एक सर्कल है, सर्कल दे विच एक आ की बनया सैक्टर बनया है, इधर देखो इन्ना। ठीक है, तो एक आ सैक्टर बनया है, मतलब सैक्टर तो इन्होंने दोवों का कॉमन ही है। ठीक है, दोवें जो एंगल बन रहे हैं, ठीक है, इन्हों का जो सैक्टर तो सेम ही है। ठीक है, हुण ये चीज़ की तुहानूं मैं दसदा, ये आपां नूं ये चीज़ दर्शा रहा है कि ਚੱਕਰ ਦੇ किसी भी ਚੱਕਰ ਦੇ केंद्र बिंदु ते, आ देखो आ ਚੱਕਰ ਦਾ सेंटर बिंदु हुंदा। ठीक है, कहना ਚੱਕਰ ਦੇ सेंटर बिंदु ते बनया कोण। ठीक है, ਚੱਕਰ ਦੇ किसी भी हिस्से ते, मान लो आ सारा ਚੱਕਰ, इसके किसी भी पॉइंट ते, मान लो कोई भी पॉइंट है। ठीक है, किसी भी पॉइंट ते, ठीक है, ਚੱਕਰ ਦੇ किसी भी हिस्से ते बने कोण तो दुगना होंदा। कहने का मतलब जो ਚੱਕਰ ਦੇ सेंटर ते आ एंगल बनता ना, ठीक है, ये ਚੱਕਰ ਦੇ किसी भी हिस्से ते बने, किसी भी पार्ट ते बने एंगल तो दुगना होंदा है। ठीक है, मान लो आ एक आ बन रहा है, आप इन्ना ऐ बना दें, आ बन गया। ठीक है, ये भी जो एंगल है ना, ये भी आ 2x आता, आ x होएगा। ठीक है, बी ला दें। ठीक है, इनके कहने का मतलब ये है कि ਚੱਕਰ ਦੇ जो सेंटर ते बनया हुंदा है एंगल, वो ਚੱਕਰ ਦੇ किसी भी पार्ट ते बने एंगल नालों की हुंदा है, डबल हुंदा है। ठीक है, देखो ਚੱਕਰ ਦਾ सेंटर की है ओ ते बनया 2x, ए एंगल कोई बन रहा ਚੱਕਰ ਦੇ से वो बनया x। ठीक है, तो आप लिख सकते हैं एंगल ए इज इक्वल टू टू टाइम ऑफ एंगल ओ। ठीक है, जेड़ा एंगल ए है, ठीक है, वो इक्वल किन्ने होंदा है, टू टाइम ऑफ एंगल ओ, मान लो कि सेंटर ते जो एंगल बनता है। ठीक है, उनके दुगने के बराबर होंदा है। ठीक है, आप ही कहना कि ਚੱਕਰ ਦੇ किसी भी एंगल ते बनया कोण, वो ਚੱਕਰ ਦੇ किसी ਚੱਕਰ ਦੇ सेंटर ते बनया कोण ਚੱਕਰ ਦੇ किसी भी पार्ट ते बने कोण नालों दुगना होंदा है। ठीक है, लग गई समझ। तो मैं डेफिनेशन चंगी तरह बोल के समझाती है, फिगर भी समझाती है। ठीक है, तुसी नोट कर लेनी है। अगला देखो अगे की कह रहे हैं, हुण देखो एक सर्कल बनया है। ठीक है, सर्कल दे विच आपां की कीता, एक इंदा की हाफ करता। देखो एवें एक सर्कल है, आ इंदा सेंटर है। ठीक है, सेंटर तो आपां इनू की डायमीटर ला के हाफ करता, मतलब सैमी सर्कल बनाता। की बनाता, सैमी सर्कल, अर्ध चक्कर। ठीक है, तो उन्हें एक कहना की चाहता है, तो उस तो बाद देखो आ बन रहा है, उस तो बाद दो एंगल बने हुए 90 डिग्री के। ठीक है, 90 डिग्री दो एंगल बने हुए हैं। तो इनकी डेफिनेशन ये जो फिगर है दर्शा रही है कि जेकर कोई भी एंगल सैमी सर्कल में बनता तो 90 डिग्री का होंगे। तुम इस तो की लिखनी है, जेकर कोई भी एंगल सैमी सर्कल, जेकर कोई भी एंगल
ਸੈਮੀ ਸਰਕਲ ਵਿੱਚ ਬਣਦਾ ਹੈ ਤਾਂ ਉਹ 90 ਡਿਗਰੀ ਦਾ ਹੁੰਦਾ ਹੈ। ਮੰਨ ਲਓ ਅਰਧ ਚੱਕਰ ਵਿੱਚ ਬਣਿਆ ਕੋਣ ਸਮਕੋਣ ਹੁੰਦਾ ਹੈ। ਠੀਕ ਹੈ, ਅਰਧ ਚੱਕਰ ਵਿੱਚ ਬਣਿਆ ਕੋਣ ਕੀ ਹੁੰਦਾ ਹੈ? ਸਮਕੋਣ। ਮੰਨ ਲਓ 90 ਡਿਗਰੀ ਦਾ ਹੁੰਦਾ ਹੈ। ਠੀਕ ਹੈ, ਲੱਗ ਗਈ ਸਮਝ। ਇਸ ਤਰ੍ਹਾਂ ਦੀ ਫਿਗਰ ਹੈ, ਦੇਖੋ ਅਰਧ ਚੱਕਰ ਹੈ, ਅਰਧ ਚੱਕਰ ਵਿੱਚ ਮੰਨ ਲਓ ਕੋਈ ਵੀ ਐਂਗਲ, ਇੱਥੇ ਐਂਗਲ ਬਣ ਗਿਆ। ਠੀਕ ਹੈ, ਦੇਖੋ ਆਹ ਜੋ ਐਂਗਲ ਬਣੇਗਾ ਨਾ ਆਪਣਾ, ਇਹ 90 ਡਿਗਰੀ ਦਾ ਬਣੇਗਾ। ਹੁਣ ਦੇਖੋ ਇੱਥੋਂ ਇੱਕ ਹੋਰ ਐਂਗਲ ਬਣਾ ਦਈਏ, ਆਹ ਐਂਗਲ ਇਹ ਵੀ 90 ਡਿਗਰੀ ਦਾ ਹੋਏਗਾ, ਆਹ ਐਂਗਲ ਵੀ 90 ਡਿਗਰੀ ਦਾ ਹੋਏਗਾ। ਇੱਧਰੋਂ ਆਹ ਬਣਾ ਦਈਏ, ਆਹ ਵੀ ਐਂਗਲ 90 ਡਿਗਰੀ ਦਾ ਹੋਏ। ਮੰਨ ਲਓ ਅਰਧ ਚੱਕਰ ਤੋਂ ਜੋ ਐਂਗਲ ਬਣਦਾ ਨਾ ਸੈਮੀ ਸਰਕਲ ਤੋਂ, ਉਹ ਐਂਗਲ ਕਿੰਨੇ ਡਿਗਰੀ ਦਾ ਬਣਦਾ ਹੈ? 90 ਡਿਗਰੀ ਦਾ ਬਣਦਾ ਹੈ। ਠੀਕ ਹੈ, ਇੱਕ ਆਹ ਰਿਜ਼ਲਟ ਆਪਣਾ ਤੁਸੀਂ ਯਾਦ ਰੱਖਣਾ। ਅੱਗੇ ਦੇਖੋ ਇੱਕ ਰਿਜ਼ਲਟ ਹੋਰ ਕਰਦੇ ਹਾਂ ਆਪਾਂ, ਇਹ ਆਪਣਾ 5 ਨੰਬਰ ਰਿਜ਼ਲਟ ਹੈ। ਠੀਕ ਹੈ, ਦੇਖੋ ਆਹ ਸਰਕਲ ਹੈ ਇੱਕ, ਨਾ ਤਾਂ ਸਰਕਲ। ਠੀਕ ਹੈ, ਇੱਥੋਂ ਆਪਾਂ ਕੀ ਕਰ ਦਿੰਦਾ, ਉਵੇਂ ਅਰਧ ਚੱਕਰ ਬਣਾ ਦਿੰਦੇ ਹਾਂ। ਠੀਕ ਹੈ, ਹੁਣ ਦੇਖੋ ਅਰਧ ਚੱਕਰ ਤੋਂ ਜੋ ਵੀ ਐਂਗਲ ਬਣਨਗੇ, ਅਰਧ ਚੱਕਰ ਤੋਂ ਜਿੰਨੇ ਵੀ ਐਂਗਲ ਬਣਨਗੇ, ਠੀਕ ਹੈ, ਆਹ ਐਂਗਲ ਹੋ ਗਿਆ, ਆਹ ਐਂਗਲ ਹੋ ਗਿਆ, ਇਹ ਐਂਗਲ ਹੋ ਗਿਆ। ਠੀਕ ਹੈ, ਅਰਧ ਚੱਕਰ ਵਿੱਚ ਚੱਕਰ ਦੇ ਸਿਰਿਆਂ ਤੇ ਬਣੇ ਕੋਣ ਬਰਾਬਰ ਹੁੰਦੇ ਹਨ। ਇਹਦਾ ਕੀ ਹੈ? ਅਰਧ ਚੱਕਰ ਵਿੱਚ ਚੱਕਰ ਦੇ, ਅਰਧ ਚੱਕਰ ਵਿੱਚ ਚੱਕਰ ਦੇ ਸਿਰਿਆਂ ਤੇ, ਆ ਦੇਖੋ ਚੱਕਰ ਦੇ ਸਿਰੇ ਆ ਨਾ, ਆ ਵੀ ਸਿਰਾ, ਆ ਵੀ ਸਿਰਾ, ਕਿੱਥੇ ਵੀ ਬਣ ਸਕਦਾ, ਇੱਥੇ ਵੀ ਬਣ ਸਕਦਾ। ਠੀਕ ਹੈ, ਇੱਥੇ ਵੀ ਬਣ ਸਕਦਾ, ਇੱਥੇ ਵੀ ਬਣ ਸਕਦਾ। ਠੀਕ ਹੈ, ਕਹਿੰਦਾ ਕਿ ਅਰਧ ਚੱਕਰ ਵਿੱਚ ਚੱਕਰ ਦੇ ਸਿਰਿਆਂ ਤੇ ਬਣੇ ਕੋਣ ਬਰਾਬਰ ਹੁੰਦੇ ਹਨ। ਠੀਕ ਹੈ, ਮੰਨ ਲਓ ਆ ਏ ਹੈ, ਆ ਬੀ ਹੈ, ਆ ਸੀ ਹੈ, ਡੀ ਹੈ, ਈ ਐਫ। ਇੱਥੇ ਐਂਗਲ ਏ ਬਰਾਬਰ ਐਂਗਲ ਬੀ ਬਰਾਬਰ ਐਂਗਲ ਸੀ ਬਰਾਬਰ ਐਂਗਲ ਡੀ ਸਮਝ। ਇਸ ਤਰ੍ਹਾਂ ਜਿੰਨੇ ਵੀ ਬਣਨਗੇ ਅਰਧ ਚੱਕਰ ਵਿੱਚ, ਜਿੰਨੇ ਵੀ ਐਂਗਲ ਆਪਣੇ ਕੋਲ ਬਣਨਗੇ, ਉਹ ਸਾਰੇ ਐਂਗਲ ਕਿੰਨੇ ਡਿਗਰੀ ਦੇ ਹੋਣਗੇ? ਸੌਰੀ ਕੀ ਹੋਣਗੇ? ਸਾਰੇ ਐਂਗਲ ਕੀ ਹੋਣਗੇ? ਬਰਾਬਰ ਹੋਣਗੇ। ਠੀਕ ਹੈ, ਸਾਰੇ ਐਂਗਲ ਕੀ ਹੋਣਗੇ? ਬਰਾਬਰ ਹੋਣਗੇ। ਠੀਕ ਹੈ, ਲੱਗ ਗਈ ਸਮਝ। ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਦੇਖੋ, ਹੁਣ ਦੇਖੋ ਆਹ ਸਰਕਲ ਹੈ, ਅਗਲੇ 6ਵਾਂ ਰਿਜ਼ਲਟ ਦੇਖੋ, ਇਹ ਵੀ ਬਹੁਤ ਇੰਪੋਰਟੈਂਟ ਹੈ, ਇਹਦੇ ਨਾਲ ਦੇ ਸਾਹਮਣੇ ਆਇਆ ਵੀ ਹੋਇਆ एग्जाम च। आ सर्कल अपने को देखो, आ सर्कल है, एक रेखा आ गई चली। ठीक है, लग गई समझ। एक रेखा आ गई चली तो एक आ गई चली, तीन हो गया एल एम ते एन। ठीक है, एल एम ते एन तीन का। ठीक है, हुण देखो जो एल है, एल की है चक्कर दी छेदक रेखा। ठीक है, चक्कर दी छेदक रेखा है। ठीक है, एल जो की है चक्कर दी छेदक, मतलब छेद करके जा रही है। ठीक है, जिन्होंने आप की करांगे चक्कर दी छेदक रेखा या सीकेंट, इंग्लिश की कहते हैं ना इनू, सीकेंट लाइन। ठीक है, ये की है जी एल है, ये चक्कर दी छेदक रेखा या चक्कर दी सीकेंट लाइन है। ठीक है, जो एल है। हुण जे आप एम की गल कर रही है, एम की है, एम चक्कर दी स्पर्श रेखा है। एम की है चक्कर दी स्पर्श, जिन्हों की कहते हैं ना टेंजेंट ऑफ सर्कल। ठीक है, टेंजेंट ऑफ सर्कल, जिस स्पर्श रेखा इंग्लिश की कहते हैं टेंजेंट ऑफ सर्कल। ठीक है, तो जो छेदक रेखा है वो की है सीकेंट ऑफ सर्कल। ठीक है, जो एन है, एन रेखा है, ये की है कुछ नहीं है, किधर भी नहीं टच कर रही चक्कर नूं। ठीक है, एन जो रेखा है, ये रेखा चक्कर नूं कित्थे भी टच नहीं कर रही है। ठीक है, बस आ दो मेन लाइन है, ये तुहानूं मैं दस्सिया कि एक तो छेदक होगी, एक स्पर्श होगी। ये जिहड़ी है, जिहड़ी एन रेखा है वो चक्कर नूं किसी भी पॉइंट ते टच नहीं कर रही। ठीक है, लग गई समझ। हुण आपां अगे चलते हाँ, अगला पॉइंट देखो, अगे अगे देखो एक सर्कल बनया। ठीक है, आ सर्कल का सेंटर पॉइंट हो गया ओ। ठीक है, आ देखो एक सर्कल के उपर एक पॉइंट है जिस तो एक लाइन पास होके जा रही है, जो आपको पता है कि ये केड़ी लाइन है, स्पर्श रेखा है। ठीक है, जिन्हों आप टेंजेंट ऑफ सर्कल कहने हैं। ठीक है, हुण इनकी की डेफिनेशन है, ये कहता कि चक्कर
ਵਿੱਚ ਕਿਸੇ ਵੀ ਬਿੰਦੂ ਤੇ, ਮੰਨ ਲਓ ਆ ਚੱਕਰ ਬਣ ਰਿਹਾ, ਇਸ ਵਿੱਚ ਕਿਸੇ ਵੀ ਪੁਆਇੰਟ ਤੇ ਇੱਕ ਜੋ ਸਪਰਸ਼ ਰੇਖਾ, ਠੀਕ ਹੈ, ਜੋ ਸਪਰਸ਼ ਰੇਖਾ ਮੰਨ ਲਓ ਟੇਂਜੈਂਟ ਲਾਈਨ ਹੈ ਜੋ, ਅਤੇ ਸਪਰਸ਼ ਬਿੰਦੂ ਤੋਂ ਜਾਂਦਾ ਜੋ ਆ ਜਿਹੜਾ ਅਰਧ ਵਿਆਸ ਹੈ, ਰੇਡੀਅਸ ਹੈਗਾ, ਠੀਕ ਹੈ, ਇਹ ਕਹਿੰਦੇ ਆਪਸ ਵਿੱਚ ਲੰਬ ਹੁੰਦੇ, ਮੰਨ ਲਓ ਪਰਪੈਂਡੀਕੂਲਰ ਹੁੰਦੇ ਹਨ। ਕਹਿਣ ਦਾ ਮਤਲਬ ਇਹ ਹੈ ਕਿ ਚੱਕਰ ਦੇ ਸੈਂਟਰ ਤੋਂ, ਲਿਖ ਦੇਣਾ, ਚੱਕਰ ਦੇ ਕੇਂਦਰ ਬਿੰਦੂ ਤੋਂ ਚੱਕਰ ਦੇ ਉੱਪਰ ਕਿਸੇ ਵੀ ਪੁਆਇੰਟ ਤੋਂ ਜਾਂਦੀ ਸਪਰਸ਼ ਰੇਖਾ, ਠੀਕ ਹੈ, ਕਿਸੇ ਵੀ ਪੁਆਇੰਟ ਤੋਂ ਜਾਂਦੀ ਸਪਰਸ਼ ਰੇਖਾ, ਕਿਸੇ ਵੀ ਪੁਆਇੰਟ ਤੋਂ ਜਾਂਦੀ ਸਪਰਸ਼ ਰੇਖਾ ਉਸ ਬਿੰਦੂ ਤੋਂ ਚੱਕਰ ਦੇ ਕੇਂਦਰ ਬਿੰਦੂ ਤੇ ਲੰਬ ਹੁੰਦੀ ਹੈ। ਲੰਬ ਮਤਲਬ ਪਰਪੈਂਡੀਕੂਲਰ ਹੁੰਦੀ ਹੈ, ਠੀਕ ਹੈ। ਲੰਬ ਦਾ ਮਤਲਬ ਕੀ ਹੁੰਦੀ ਹੈ? ਪਰਪੈਂਡੀਕੂਲਰ, ਠੀਕ ਹੈ। ਇਸ ਪੁਆਇੰਟ ਆਪਾਂ ਸਿੰਬਲ ਨਾਲ ਡਿਨੋਟ ਕਰਦੇ ਹਾਂ, ਪਰਪੈਂਡੀਕੂਲਰ ਹੁੰਦੀ ਹੈ, ਠੀਕ ਹੈ। ਕਹਿੰਦਾ ਕਿ ਆ ਦੇਖੋ ਇੱਕ ਚੱਕਰ ਦਾ ਸੈਂਟਰ ਬਿੰਦੂ ਹੈ, ਉੱਪਰ ਇੱਕ ਸਪਰਸ਼ ਰੇਖਾ ਦਾ ਬਿੰਦੂ ਹੈ, ਸਪਰਸ਼ ਰੇਖਾ ਤੋਂ ਜੋ ਵੀ ਲਾਈਨ, ਠੀਕ ਹੈ, ਇੱਥੋਂ ਇਸ ਬਿੰਦੂ ਤੋਂ ਇਸ ਬਿੰਦੂ ਤੱਕ ਆਏਗੀ, ਉਹ ਕੀ ਹੋਏਗੀ? ਉਸ ਸਪਰਸ਼ ਰੇਖਾ ਤੇ ਕੀ ਹੋਏਗੀ? ਉਹ ਟੇਂਜੈਂਟ ਤੇ ਕੀ ਹੋਏਗੀ? ਪਰਪੈਂਡੀਕੂਲਰ ਹੋਏਗੀ, ਠੀਕ ਹੈ। ਲੱਗ ਗਈ ਸਮਝ? ਹੁਣ ਦੇਖੋ ਇਸੇ ਤਰ੍ਹਾਂ ਹੀ ਅਗਲੀ ਇੱਕ ਦੂਸਰਾ ਕੇਸ ਹੈਗਾ, ਠੀਕ ਹੈ। ਦੂਸਰੇ ਕੇਸ ਕੀ ਹੁੰਦਾ? ਚੱਕਰ ਦੀ ਕੋਡ। ਦੇਖੋ ਚੱਕਰ ਦੀ ਕੋਡ ਜੀਵਾ ਨਾ, ਠੀਕ ਹੈ। ਇੱਕ ਜੀਵਾ ਦਿੱਤੀ ਆਪਾਂ ਨੂੰ ਏ ਬੀ, ਠੀਕ ਹੈ। ਏ ਬੀ ਤੋਂ ਸੈਂਟਰ ਤੋਂ, ਏ ਬੀ ਤੇ ਆ ਦੇਖੋ ਜੋ ਸੈਂਟਰ ਉਹ ਹੈ, ਉਹ ਬਿੰਦੂ ਤੋਂ ਜੇ ਜੁਆਇਨ ਕਰਦੀ ਲਾਈਨ, ਆਪਸ ਵਿੱਚ ਜੋ ਮਿਲਦੀ ਲਾਈਨ ਹੈ, ਠੀਕ ਹੈ। ਮੰਨ ਲਓ ਆ ਪੁਆਇੰਟ ਡੀ ਤੇ ਮਿਲ ਰਹੀ ਹੈ ਲਾਈਨ, ਹੈ ਮਿਲਦੀ ਲਾਈਨ ਕੋਡ ਤੇ, ਮੰਨ ਲਓ ਇਸ ਕੋਡ ਤੇ ਕੀ ਹੋਏਗੀ? ਆ ਲੰਬ ਹੋਏਗੀ, ਠੀਕ ਹੈ। ਕੋਡ ਤੇ ਕੀ ਹੋਏਗੀ? ਲੰਬ ਹੋਏਗੀ। ਡੈਫੀਨੇਸ਼ਨ ਮੈਂ ਲਿਖ ਦੇਣਾ। ਕੀ ਕਹਿੰਦਾ ਕਿ ਚੱਕਰ ਦੀ ਕੋਡ, ਠੀਕ ਹੈ, ਤੇ ਸੈਂਟਰ ਤੋਂ ਜੁਆਇਨ ਕਰਦੀ, ਮੰਨ ਲਓ ਮਿਲਾਉਂਦੀ ਹੋਈ ਲਾਈਨ ਕੋਡ ਤੇ ਆ ਪਰਪੈਂਡੀਕੂਲਰ ਦਾ ਸਾਈਨ ਹੈ, ਲੰਬ ਮਤਲਬ ਪਰਪੈਂਡੀਕੂਲਰ ਹੁੰਦੀ ਹੈ, ਠੀਕ ਹੈ। ਆ ਦੇਖੋ ਇਹ ਵੀ ਇੱਕ ਕੋਡ ਹੈ, ਕੋਡ ਤੋਂ ਇੱਕ ਜੇਕਰ ਆਪਾਂ ਚੱਕਰ ਦੇ ਸੈਂਟਰ ਨਾਲ ਇੱਕ ਲਾਈਨ ਮਿਲਾ ਦਾਂਗੇ ਕੋਡ ਤੋਂ, ਤੇ ਉਹ ਜਿਹੜੀ ਲਾਈਨ ਹੈ ਕੋਡ ਤੇ ਕੀ ਹੋਏਗੀ? ਲੰਬ ਹੋਏਗੀ, ਠੀਕ ਹੈ। ਕਹਿਣ ਦਾ ਮਤਲਬ ਜਿਹੜੀ ਓ ਡੀ ਹੈ ਪਰਪੈਂਡੀਕੂਲਰ ਹੈਗੀ ਹੈ ਏ ਬੀ ਤੇ, ਠੀਕ ਹੈ। ਓ ਡੀ ਕੀ ਹੈ? ਪਰਪੈਂਡੀਕੂਲਰ ਹੈਗੀ ਹੈ ਏ ਬੀ ਤੇ। ਇਸ ਤਰ੍ਹਾਂ ਇਹ ਕੀ ਸੀ? ਇਹਨੂੰ ਦੇ ਦਿਓ ਨਾਮ ਕੋਈ ਕੇ ਦੇ ਦਿਓ, ਜਿਹੜੀ ਕੇ ਉਹ ਪਰਪੈਂਡੀਕੂਲਰ ਹੈਗੀ ਹੈ ਸੀ ਡੀ ਤੇ। ਬਸ ਇਹਨਾਂ ਦੋ ਕੇਸ 'ਚ ਫਰਕ ਇਹ ਹੈ, ਇਹ ਕੋਡ ਤੇ ਪਰਪੈਂਡੀਕੂਲਰ ਹੈ, ਇਹ ਕੀ ਹੈ? ਟੇਂਜੈਂਟ ਤੇ ਪਰਪੈਂਡੀਕੂਲਰ ਹੈ, ਠੀਕ ਹੈ। ਗੱਲ ਸੇਮ ਹੈ, ਠੀਕ ਹੈ। ਅੱਗੇ ਦੇਖੋ ਅਗਲਾ ਪੁਆਇੰਟ ਕੀ ਕਹਿ ਰਿਹਾ? ਇੱਕ ਸਰਕਲ ਹੈ, ਠੀਕ ਹੈ। ਆਹ ਸਰਕਲ ਦਾ ਸੈਂਟਰ ਬਿੰਦੂ ਹੈ, ਠੀਕ ਹੈ। ਕਿ ਇਹਦੇ ਦੋ ਕੀ ਹੈ? ਟੇਂਜੈਂਟ ਪੁਆਇੰਟ ਹੈਗੇ ਐਨ ਤੇ ਐਮ। ਐਨ ਤੇ ਐਮ ਕੀ ਹੈ? ਟੇਂਜੈਂਟ ਪੁਆਇੰਟ ਹੈ। ਪੀ ਕੀ ਹੈਗਾ? ਪੀ ਇੱਕ ਐਕਸਟਰਨਲ, ਠੀਕ ਹੈ, ਮਤਲਬ ਬਾਹਰੀ ਬਿੰਦੂ ਹੈ, ਠੀਕ ਹੈ। ਤੇ ਲਿਖ ਦੇਣਾ ਪੀ ਕੀ ਹੈ? ਬਾਹਰੀ ਬਿੰਦੂ ਹੈ, ਠੀਕ ਹੈ। ਐਮ ਤੇ ਐਨ ਚੱਕਰ, ਐਮ ਤੇ ਐਨ ਕੀ ਹੈ? ਚੱਕਰ ਦੇ ਸਪਰਸ਼ ਬਿੰਦੂ, ਮੰਨ ਲਓ ਟੇਂਜੈਂਟ ਪੁਆਇੰਟ ਹੈ। ਉਹ ਕੀ ਹੈ? ਸੈਂਟਰ ਆਫ ਸਰਕਲ। ਸੈਂਟਰ ਆਫ ਸਰਕਲ ਮਤਲਬ ਕੇਂਦਰ, ਆ ਜਿਹੜਾ ਉਹ ਪੁਆਇੰਟ ਹੈ ਇਹ ਕੀ ਹੈ? ਚੱਕਰ ਦਾ ਕੇਂਦਰ ਬਿੰਦੂ ਹੈ, ਠੀਕ ਹੈ। ਹੁਣ ਇਹਦੇ ਨਾਲ ਰਿਲੇਟਿਡ ਡੈਫੀਨੇਸ਼ਨ ਕੀ ਹੈ? ਕਹਿੰਦਾ ਕਿ ਚੱਕਰ ਦੇ ਕਿਸੇ ਬਾਹਰੀ ਬਿੰਦੂ ਤੋਂ ਖਿੱਚੀਆਂ ਗਈਆਂ ਦੋ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ, ਠੀਕ ਹੈ। ਆ ਦੇਖੋ ਕਹਿਣ ਦਾ ਮਤਲਬ ਕਿ ਆ ਇੱਕ ਚੱਕਰ ਹੈ, ਠੀਕ ਹੈ। ਇਸ ਦੇ ਕੋਈ ਐਕਸਟਰਨਲ ਪੁਆਇੰਟ ਤੋਂ ਕੋਈ ਦੋ ਆਪਾਂ ਲਾਈਨਸ ਖਿੱਚਦੇ ਹਾਂ, ਤੇ ਉਹ ਲਾਈਨਸ ਕੀ ਹੁੰਦੀਆਂ? ਆਪਸ ਦੇ ਵਿੱਚ ਬਰਾਬਰ ਹੁੰਦੀਆਂ, ਠੀਕ ਹੈ। ਕਹਿਣ ਦਾ ਮਤਲਬ ਕਿਸੇ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਦੋ ਸਪਰਸ਼ ਰੇਖਾਵਾਂ ਦੀ ਲੰਬਾਈ ਕੀ ਹੁੰਦੀ ਹੈ? ਬਰਾਬਰ ਹੁੰਦੀ ਹੈ। ਸੋ ਆਪਾਂ ਲਿਖ ਸਕਦੇ ਹਾਂ ਐਮ
ਪੀ ਐਮ ਇਜ਼ ਇਕੁਅਲ ਟੂ ਪੀ ਐਨ, ਠੀਕ ਹੈ, ਪੀ ਐਮ ਇਜ਼ ਇਕੁਅਲ ਟੂ ਪੀ ਐਨ। ਆਹ ਦੋ ਜਿਹੜੀਆਂ ਲਾਈਨਸ ਹੈਗੀਆਂ ਇਹ ਦੋਨੇ ਕੀ ਹੈ, ਇਕੁਅਲ ਹੈ, ਠੀਕ ਹੈ, ਲੱਗ ਗਈ ਸਮਝ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੋ ਕੁਝ ਪੁਆਇੰਟ ਸੀ ਸਰਕਲ ਨਾਲ ਰਿਲੇਟਿਡ ਆਪਾਂ ਡਿਸਕਸ ਕਰ ਰਹੇ ਆ, ਠੀਕ ਹੈ। ਜੋ ਬਾਕੀ ਪੁਆਇੰਟ ਰਹਿੰਦੇ ਆ ਬਸ ਕੱਲ ਦੀ ਵੀਡੀਓ ਵਿੱਚ ਇਹਦਾ ਬੇਸਿਕ ਕਵਰ ਹੋ ਜਾਏਗਾ, ਤੇ ਨਾਲ ਆਪਾਂ ਕੁਝ ਇਹਦੇ ਸਮ ਵੀ ਕਰਾਂਗੇ, ਠੀਕ ਹੈ। ਜੋ ਜਿੰਨੇ ਵੀ ਮੈਂ ਪੁਆਇੰਟ ਤੁਹਾਨੂੰ ਕਰਾਏ ਆ ਤੁਸੀਂ ਪਲੀਜ਼ ਨੋਟ ਕਰਨੇ ਆ, ਠੀਕ ਹੈ, ਆਪਣੀ ਨੋਟਬੁੱਕ ਤੇ। ਇਹ ਪੁਆਇੰਟ ਆਪਾਂ ਨੂੰ ਅੱਗੇ ਸਮ ਕਰਨ ਦੇ ਵਿੱਚ ਹੈਲਪ ਕਰਨਗੇ, ਠੀਕ ਹੈ। ਜੋ ਬੇਸਿਕ ਹੋਏਗਾ ਸਰਕਲ ਨਾਲ ਰਿਲੇਟਿਡ ਆਪਾਂ ਸਾਰਾ ਕੰਪਲੀਟ ਕਰਾਂਗੇ। ਸੋ ਦੋਸਤੋ ਥੈਂਕ ਯੂ ਫॉर ਵਾਚਿੰਗ ਅ ਵੀਡੀਓ। ਜਿਸ ਵੀ ਸਟੂਡੈਂਟ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨ, ਤਾਂ ਜੋ ਤੁਹਾਨੂੰ ਆਉਣ ਵਾਲੀਆਂ ਅੱਗੇ ਵੀਡੀਓ ਮਿਲ ਸਕਣ, ਠੀਕ ਹੈ। ਅਤੇ ਔਰ ਤੁਸੀਂ ਆਪਣੀ ਤਿਆਰੀ ਬਹੁਤ ਵਧੀਆ ਢੰਗ ਨਾਲ ਕਰ ਸਕੋ। ਸੋ ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਲੈਕਚਰ ਵਧੀਆ ਲੱਗਿਆ ਹੋਏਗਾ। ਕੱਲ੍ਹ ਮਿਲਦੇ ਹਾਂ ਆਪਾਂ ਫਿਰ। ਸੋ ਥੈਂਕ ਯੂ।